ਆਖਰ ਦੇ ਵਿੱਚ ਇਹ ਦੱਸ ਦਿਓ ਜੀ ਕਿ ਜਿਹੜੇ ਨਵੇਂ ਫਾਰਮਰ ਆ, ਅਗਰ ਤੁਹਾਡੇ ਕੋਲੋਂ ਕੋਈ ਗਾਈਡੈਂਸ ਲੈਣਾ ਚਾਹੋ ਤੁਸੀਂ ਦਿੰਨੇ? ਮੇਰੇ ਕੋਲ ਮੈਂ ਹਰ ਵੇਲੇ ਹਾਜ਼ਰ ਹਾਂ ਜੀ। ਅੱਛਾ ਜੀ। ਕੋਈ ਇਹ ਨਾ ਸਮਝੇ ਜੀ ਵੀ ਯਾਰ ਪਤਾ ਨਹੀਂ ਕਿੱਡਾ ਵੱਡਾ ਫਾਰਮਰ ਹੈ, ਹਾਂਜੀ ਉਹ ਸਾਡੇ ਨਾਲ ਗਿਆ ਨਾ, ਸਿੱਧਾ ਬੋਲੇ ਨਾ, ਜੀ ਸਾਨੂੰ ਟਾਈਮ ਨਾ ਦੇ। ਜੀ ਹਾਂ, ਇਹ ਹੈ ਕਿ ਮੇਰੇ ਨਾਲ ਟੈਲੀਫੋਨ ਕਰਕੇ ਮੈਨੂੰ ਦੱਸ ਦੇ ਕਿ ਜੀ ਮੈਂ ਫਲਾਣਾ ਟਾਈਮ ਆਉਣਾ, ਜੀ ਤਾਂ ਬਿਸਮਿਲ੍ਲਾ ਮੈਂ ਹਾਜ਼ਰ ਹਾਂ। ਜਿੰਨਾ ਕੁ ਇਲਮ ਮੇਰੇ ਕੋਲ ਹੈ ਉਹ ਮੈਂ ਦੱਸ ਸਕਦਾ ਹਾਂ। ਜੀ। ਹੋ ਸਕਦਾ ਮੇਰੀਆਂ ਅੱਜ ਦੀਆਂ ਦੱਸੀਆਂ ਗੱਲਾਂ ਕੱਲ੍ਹ ਨੂੰ ਸਾਇੰਸ ਇਹਨਾਂ ਨੂੰ ਗਲਤ ਵੀ ਕਰ ਦੇ। ਚਲੋ ਕੱਲ੍ਹ ਵਾਲੀਆਂ ਕੱਲ੍ਹ ਨਾਲ ਸਹੀ ਜੀ। ਮੈਂ ਨਹੀਂ ਕਰ ਸਕਦਾ। ਠੀਕ ਹੈ। ਦੂਸਰਾ ਇਹ ਜੀ ਕਿ ਤੁਸੀਂ ਦੁੱਧ ਤੋਂ ਇਲਾਵਾ ਜਿਹੜੀਆਂ ਬੱਚੀਆਂ ਅਗਰ ਕਿਸੇ ਨੂੰ ਚਾਹੀਦੀਆਂ ਹੋਣ ਉਹ ਵੀ ਤੁਹਾਡੇ ਤੋਂ ਮਿਲ ਜਾਂਦੀਆਂ? ਨਹੀਂ, ਵੱਛੀਆਂ ਅਸੀਂ ਸੇਲ ਨਹੀਂ ਕਰਦੇ, ਕਿਉਂਕਿ ਡੇਅਰੀ ਫਾਰਮ ਦੇ ਵਿੱਚ ਜਿਹੜਾ ਹੈ ਪ੍ਰਾਫਿਟ, ਹਾਂਜੀ ਉਹ ਦੋ ਜਗ੍ਹਾ ਤੇ ਹੈ। ਜੀ ਇੱਕ ਤੇ ਇਹ ਹੈ ਕਿ ਤੁਸੀਂ ਉਹਦੇ ਜ਼ਿਆਦਾ ਤੋਂ ਜ਼ਿਆਦਾ ਦੁੱਧ ਲਓ। ਜੀ ਹੁਣ ਸਾਡੇ ਫਾਰਮਰ, ਪਰ ਮੈਂ ਜਿਸ ਫਾਰਮ ਤੇ ਵੀ ਗਿਆ ਹੈ ਉਹਨਾਂ ਵਿਚਾਰਿਆਂ ਨੂੰ ਮੈਂ ਜਦੋਂ ਪੁੱਛਦਾ, ਉਹ ਕਹਿੰਦੇ ਜੀ ਸਾਡੀ 20 ਲੀਟਰ ਦੀ ਐਵਰੇਜ ਜੀ ਸਾਰੇ ਫਾਰਮ ਦੀ, ਕੋਈ ਕਹਿੰਦਾ ਸਾਡੀ 22 ਲੀਟਰ ਦੀ ਹੈ। ਜੀ ਤੇ ਜਾਨਵਰ ਬੇਤਹਾਸ਼ਾ ਮੋਟੇ ਹੋਏ ਹੁੰਦੇ ਨੇ। ਹਾਂਜੀ ਹਾਲਾਂਕਿ ਜਾਨਵਰ ਦੀਆਂ ਜਿਹੜੀਆਂ ਇਹ ਪਹਿਲੀਆਂ 3 ਪਸਲੀਆਂ ਹਾਂਜੀ ਇਹ ਨਜ਼ਰ ਆਉਣੀਆਂ ਚਾਹੀਦੀਆਂ, ਠੀਕ ਹੈ ਜੀ। ਇਸ ਤੋਂ ਵੱਧ ਮੋਟਾ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਜਾਂ ਇਹਦੀ ਦੂਸਰੀ ਸਾਦਾ ਮਿਸਾਲ ਇਹ ਹੈ ਜੀ ਕਿ ਬੰਦੇ ਨੂੰ ਤੁਸੀਂ ਕਿਹੜੇ ਨੂੰ ਕਹਿੰਦੇ ਹੋ ਕਿ ਆਹ ਸਿਹਤਮੰਦ ਹੈ, ਸਹੀ ਹੈ, ਜਿਹੜਾ ਸਮਾਰਟ ਹੋਵੇ ਉਹਨੂੰ ਜਿਹੜਾ ਬਸ। ਹਾਂਜੀ ਦੂਸਰੀ ਮਿਸਾਲ ਇਹ ਹੈ ਕਿ ਤੁਸੀਂ ਦੇਖ ਲਓ ਕਿ ਕਿਹੜਾ ਬੰਦਾ ਸਿਹਤਮੰਦ ਹੈ, ਹਾਂਜੀ ਉਹ ਉਸੇ ਬਾਡੀ ਦਾ ਜਾਨਵਰ ਸਿਹਤਮੰਦ। ਠੀਕ ਹੋ ਗਿਆ ਹਾਂਜੀ, ਇਸ ਤੋਂ ਜ਼ਿਆਦਾ ਉਹਨੂੰ ਤੁਸੀਂ ਮੋਟਾ ਕਰੋਗੇ ਜੀ ਉਹਦਾ ਤੁਹਾਨੂੰ ਨੁਕਸਾਨ ਹੋਏਗਾ, ਉਹ ਗੱਭਣ ਨਹੀਂ ਹੋਏਗਾ, ਜਾਂ ਉਹਨੂੰ ਜਿਹੜੀ ਫੀਡ ਹੈ ਉਹ ਇੰਬੈਲੈਂਸ ਮਿਲ ਰਹੀ ਹੋਏਗੀ, ਜੀ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਠੀਕ ਹੋਏਗਾ। ਹੋ ਗਿਆ ਤੇ ਇਹਦੇ ਦੋ ਹੀ ਇਹਦੀ ਆਮਦਨ ਦੇ ਜ਼ਰੀਏ ਨੇ। ਜੀ ਪਹਿਲਾ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦੁੱਧ ਲਓ, ਜੀ ਯਾਨੀ ਤੁਸੀਂ 20 25 30 ਲੀਟਰ ਆਪਣਾ ਟਾਰਗੇਟ ਨਾ ਰੱਖੋ। ਜੀ ਤੁਸੀਂ ਰੱਖੋ ਕਿ ਮੈਂ 35 ਲੀਟਰ ਤੋਂ ਲੈ ਕੇ 60 ਲੀਟਰ ਤੱਕ ਦੁੱਧ ਲੈਣਾ। ਜੀ ਠੀਕ ਹੈ ਨਾ ਜੀ। ਜੀ ਤੇ ਉਹਦਾ ਕੀ ਹੋਏਗਾ ਕਿ ਅੱਜ ਕੱਲ ਤੁਹਾਨੂੰ ਦੁੱਧ ਦੇ ਪੈਸੇ ਬਚ ਜਾਣਗੇ। ਜੀ ਜੁਲਾਈ ਅਗਸਤ ਸਤੰਬਰ 'ਚ ਦੁੱਧ ਘਟ ਜਾਂਦਾ, ਉਸ ਲਈ ਉਹ ਤੁਹਾਡੇ ਖਰਚ ਹੋ ਜਾਣਗੇ। ਠੀਕ ਹੈ ਜੀ। ਜਿਹੜੀਆਂ ਵੱਛੀਆਂ ਹੈ ਉਹ ਜਿਹੜੇ ਗਾਵਾਂ ਬਣ ਗਈਆਂ, ਉਹ ਤੁਸੀਂ ਜਿਹੜੇ ਸੇਲ ਕਰਨੀਆਂ, ਉਹ ਤੁਹਾਡੀ ਆਮਦਨ ਹੋਏਗੀ। ਠੀਕ ਹੈ ਤੁਸੀਂ ਇਹਦੇ ਵਿੱਚ ਸੈਕਸ ਸੀਮਨ ਲਾਜ਼ਮੀ ਯੂਜ਼ ਕਰੋ, ਜੀ ਕਿ ਸਾਦਾ ਟੀਕਾ ਨਾ ਯੂਜ਼ ਕਰੋ। ਜੀ ਸਾਦਾ ਦੇ ਵਿੱਚ ਤੁਹਾਨੂੰ 100 ਚੋਂ 50 ਵੱਛੀ ਆਏਗੀ, ਹਾਂਜੀ ਸੈਕਸ ਦੇ ਵਿੱਚ ਤੁਹਾਨੂੰ 100 ਚੋਂ 90 ਆਏਗੀ। ਠੀਕ ਹੈ ਇਸ ਵਾਸਤੇ ਤੁਸੀਂ ਔਖੇ ਹੋਵੋ, ਇਸ ਜਗ੍ਹਾ ਦੇ ਉੱਤੇ ਪੈਸਾ ਜ਼ਿਆਦਾ ਖਰਚ ਕਰੋ ਕਿ ਸੈਕਸ ਸੀਮਨ ਤੇ। ਠੀਕ ਫਿਰ ਇਹ ਹੈ ਕਿ ਉਹਦੀ ਸਿਲੈਕਸ਼ਨ ਜਿਹੜੀ ਹੈ ਉਹਦੇ ਬਾਰੇ ਉਹ ਇੱਕ ਵੱਖਰਾ ਲੈਕਚਰ ਹੈ, ਉਹ ਬਹਿ ਕੇ ਮੈਂ ਇੱਥੇ ਜਿਹੜਾ ਬੰਦਾ ਆਵੇ ਉਹਨੂੰ ਸਮਝਾ ਸਕਦਾ ਜੀ ਕਿ ਪਹਿਲੇ ਦੇਖਣਾ ਹੈ ਵੀ ਇਹ ਬੁੱਲ ਕੌਣ ਹੈ, ਇਸ ਬੁੱਲ ਦੀ ਅੱਗੇ ਜਿਹੜੀ ਮਾਂ ਸੀ ਹਾਂਜੀ ਉਹ ਕਿਹੜੀ ਹੈ, ਉਸ ਮਾਂ ਦਾ ਪਿਓ ਕਿਹੜਾ ਸੀ, ਜੀ ਤਾਂ ਕਿ ਉਹ ਤੁਹਾਡੇ ਇਲਮ 'ਚ ਹੋਵੇ ਕਿ ਉਹਨਾਂ ਨੇ ਦੁੱਧ ਆਪਣੇ ਟਾਈਮ 'ਤੇ ਇੰਨਾ ਦਿੱਤਾ। ਠੀਕ ਹੈ ਜੀ। ਤੇ ਫਿਰ ਅਸੀਂ ਇਹ ਵੀ ਦੇਖਣਾ ਹੈ ਕਿ ਇਹਦਾ ਹਵਾਨਾ ਜਿਹੜਾ ਹੈ ਉਹ ਮਜ਼ਬੂਤ ਹੈ ਜਾਂ ਲਟਕਣ ਵਾਲਾ। ਜੀ ਫਿਰ ਅਸੀਂ ਇਹ ਵੀ ਦੇਖਣਾ ਹੈ ਕਿ ਇਹਦੀਆਂ ਲੱਤਾਂ ਕਮਜ਼ੋਰ ਹੈ, ਪੈਰ ਇਹਦੇ ਕਮਜ਼ੋਰ ਹੈ ਜਾਂ ਮਜ਼ਬੂਤ ਹੈ। ਜੀ ਹਾਂਜੀ, ਮੇਜਰ ਚੀਜ਼ਾਂ। ਜੀ ਫਿਰ ਅਸੀਂ ਇਹ ਦੇਖਣਾ ਕਿ ਉਹ ਜਿਹੜਾ ਬੁੱਲ ਹੈ ਹਾਂਜੀ ਉਹਦਾ ਜਿਹੜਾ ਫਰਟੀਲਿਟੀ ਰੇਟ ਹੈ ਹਾਂਜੀ ਉਹ ਪਲੱਸ ਦੇ ਵਿੱਚ ਹੈ ਜਾਂ ਮਾਈਨਸ 'ਚ। ਠੀਕ ਹੈ ਅਗਰ ਮਾਈਨਸ 'ਚ ਹੋਏਗਾ ਤਾਂ ਸਾਡੇ ਜ਼ਿਆਦਾ ਜਾਨਵਰ ਰਿਪੀਟ ਕਰਨਗੇ, ਜੀ ਅਗਰ ਪਲੱਸ 'ਚ ਹੋਏਗਾ ਤਾਂ ਸਾਡੇ ਉਹ ਘੱਟ ਜਾਨਵਰ ਰਿਪੀਟ ਕਰਨਗੇ। ਠੀਕ ਹੈ ਫਿਰ ਇਸ ਤੋਂ ਅੱਗੇ ਇਹ ਜ਼ਰੂਰੀ ਦੇਖਣਾ ਹੈ ਕਿ ਜਿਹੜੇ ਉਸ ਬੁੱਲ ਦੀਆਂ ਜਿਹੜੀਆਂ ਵੈੜਾਂ ਨੇ ਜੀ ਉਹ ਜਿਹੜੇ ਤਿਆਰ ਹੋਣਗੀਆਂ, ਆਇਆ ਉਹਨਾਂ ਦਾ ਫਰਟੀਲਿਟੀ ਰੇਟ ਮਾਈਨਸ 'ਚ ਹੈ ਜਾਂ ਪਲੱਸ 'ਚ ਹੈ। ਠੀਕ ਹੈ ਇਹ ਵੀ ਖਿਆਲ ਕਰਨ ਵਾਲੀ ਚੀਜ਼ ਹੈ। ਸਹੀ। ਇਸ ਤੋਂ ਇਲਾਵਾ ਹੋਰ ਕਾਫੀ ਹੈ ਤਾਂ ਉਹਦੇ ਤੇ ਅਲੱਗਾ ਪ੍ਰੋਗਰਾਮ ਕਰ ਲਾਂਗੇ ਜੀ। ਅੱਛਾ, ਤੁਸੀਂ ਇਹ ਫਰਮਾਇਆ ਤੁਸੀਂ ਤੇ ਬੱਚੀਆਂ ਨਹੀਂ ਦਿੰਦੇ, ਜੀ। ਤੇ ਜਿਹੜੇ ਬੰਦੇ ਖਰੀਦਣਾ ਚਾਹੁੰਦੇ ਉਹਨਾਂ ਨੂੰ ਮਸ਼ਵਰਾ ਦਿਓ ਕਿੱਥੋਂ ਖਰੀਦਣ? ਮੈਂ ਤਾਂ ਮਸ਼ਵਰਾ ਦਵਾਂਗਾ ਬਈ ਉਹ ਵੱਛੀਆਂ ਦੀ ਬਜਾਏ ਉਹ ਗਾਂ ਖਰੀਦਣ। ਅੱਛਾ ਜੀ। ਉਹ ਗਾਂ ਅੱਜ ਖਰੀਦਣਗੇ ਤੇ ਕੱਲ ਸਵੇਰ ਜੀ ਉਹਦੇ ਵਿੱਚੋਂ ਕੁਝ ਪੈਸੇ ਉਹਨੂੰ ਵਾਪਸ ਕਰ ਦੇਗੀ ਠੀਕ ਹੈ ਮਾਲਕ ਨੂੰ। ਠੀਕ ਹੈ ਦੂਸਰਾ ਇਹ ਹੈ ਕਿ ਉਹ ਖੁਦ ਦੇਖ ਲਏਗਾ ਕਿ ਜਿਹੜੀ ਗਾਂ ਹੈ, ਜਿਹੜਾ ਜਾਨਵਰ ਹੈ ਮੇਰੇ ਕੋਲ, ਉਹ ਇਸ ਕੁਆਲਿਟੀ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਹੀ ਉਹਦੇ ਉੱਤੇ ਉਹ ਜਿਹੜੇ ਟੀਕਾ ਰੱਖੇਗਾ ਤਾਂ ਅੱਛਾ ਜਾਨਵਰ ਤਿਆਰ ਹੋਏਗਾ ਨਾ। ਤੇ ਉਹ ਗਾਵਾਂ ਦਾ ਕੋਈ ਤੁਸੀਂ ਸੁਜੈਸਟ ਕਰਦੇ ਕਿਹੜੀਆਂ ਖਰੀਦਣੀਆਂ ਚਾਹੀਦੀਆਂ, ਕਿਹੜੇ ਹਾਲ 'ਚ ਖਰੀਦਣੀ? ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਤਾਂ ਇਹ ਕਹਿਣਾ ਵੀ 1,70,000 ਤੋਂ ਲੈ ਕੇ ਮਹਿੰਗੀ ਤੋਂ ਮਹਿੰਗੀ ਨਵੇਂ ਬੰਦੇ ਨੂੰ 2,10,000 ਤੱਕ ਦੀ ਲੈਣੀ ਚਾਹੀਦੀ। ਇਹਦੇ ਤੋਂ ਮਹਿੰਗੀ ਨਹੀਂ ਲੈਣੀ? ਇਸ ਤੋਂ ਮਹਿੰਗੀ ਨਹੀਂ ਲੈਣੀ ਚਾਹੀਦੀ। ਠੀਕ ਹੈ ਜੀ। ਜਾਂ ਜਿਸ ਤਰ੍ਹਾਂ ਸਾਡੇ ਕੁਝ ਬਾਹਰ ਦੇ ਲੋਕ ਹੈ, ਅਗਰ ਪਹਿਲੇ ਤੋਂ ਉਹਨਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ
ਜੀ ਕਿ ਇਹ 24 ਘੰਟੇ ਹਾਜ਼ਰੀ ਵਾਲਾ ਕੰਮ ਹੈ। ਠੀਕ ਹੈ ਜੀ। ਬਹੁਤ ਸਾਰੇ ਮੇਰੇ ਕੋਲ ਦੋਸਤ ਆਏ ਆ, ਬਹੁਤ ਸਾਰਿਆਂ ਨੇ ਇੱਥੇ ਪੈਸੇ ਜ਼ਾਇਆ ਕੀਤੇ ਆ ਜੀ ਕਿ ਉਹਨਾਂ ਦੇ ਭਾਈ ਬਾਹਰ ਨੇ, ਜੀ ਉਹਨਾਂ ਨੇ ਆਣ ਕੇ ਸ਼ੈੱਡ ਬਣਾਏ ਆ। ਸ਼ੈੱਡ ਬਣਾਉਣ ਲੱਗਿਆਂ ਉਹਨਾਂ ਨੂੰ ਇਹ ਨਹੀਂ ਖਿਆਲ ਰਹਿੰਦਾ ਕਿ ਅਸੀਂ ਇਹਨਾਂ ਨੂੰ ਜਗ੍ਹਾ ਕਿੰਨੀ ਦੇਣੀ। ਜੀ ਸ਼ੈੱਡ ਜਿਸ ਵੇਲੇ ਤੁਸੀਂ ਬਣਾਉਣਾ ਹੈ, ਹਾਂਜੀ 100 ਸਕੁਅਰ ਫੁੱਟ ਜਗ੍ਹਾ ਇੱਕ ਗਾਂ ਨੂੰ ਇੱਕ ਸ਼ੈੱਡ ਦੇ ਥੱਲੇ ਆਉਣੀ ਚਾਹੀਦੀ, ਠੀਕ ਹੈ ਜੀ। ਤੇ 200 ਸਕੁਅਰ ਫੁੱਟ ਬਾਹਰ ਹੋਣੀ ਚਾਹੀਦੀ, 200 ਖੁੱਲਾ ਤੇ ਤੇ 100 100 ਸ਼ੈੱਡ ਦੇ ਥੱਲੇ। ਠੀਕ ਹੈ ਜੀ। ਇਹ ਸਾਡੇ ਲੋਕ ਕਰਦੇ ਆ ਵੀ ਉਹ ਜੀ ਸਾਡੇ ਕੋਲ ਤਾਂ ਇੰਨਾ ਹੀ ਸੀ, ਅਸੀਂ ਲੰਬਾ ਉਹ ਤੋਂ ਬਣਾ ਲੈਣਗੇ, ਲੇਕਿਨ ਸਾਈਡ ਦੇ ਉੱਤੇ ਜਿਹੜੀ ਜਗ੍ਹਾ ਆ ਉਹ 100 ਉਹ 200 ਦੀ ਬਜਾਏ ਉਹ 80 ਸਕੁਅਰ ਫੁੱਟ ਹੁੰਦੀ। ਠੀਕ ਹੈ ਜੀ। ਫਿਰ ਆ ਬਾਰਿਸ਼ਾਂ ਦੇ ਵਿੱਚ ਜਾਂ ਉਸ ਤਰ੍ਹਾਂ ਸਰਦੀਆਂ 'ਚ ਪਤਲਾ ਗੋਬਰ ਜਿਲੇ ਕਰਦੀਆਂ, ਹਾਂਜੀ ਤੇ ਉੱਥੇ ਬਹੁਤ ਸਾਰਾ ਚਿੱਕੜ ਤੇ ਉਹ ਗੰਦ ਮੱਚ ਜਾਂਦਾ। ਸਹੀ ਇਹਦਾ ਵੀ ਖਿਆਲ ਰੱਖਣਾ ਚਾਹੀਦਾ। ਠੀਕ ਹੈ ਜੀ। ਜੀ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਤੁਹਾਡਾ ਜਿਹੜਾ ਨੰਬਰ ਆ ਜੀ ਇਹ ਉੱਤੇ ਲਿਖਿਆ ਜਾ ਸਕਦਾ ਜਾਂ ਸਹਿਬ ਸਾਹਿਬ ਦਾ ਲਿਖਣਾ? ਨੰਬਰ ਤੁਸੀਂ ਆਪਣਾ ਲਿਖਿਓ। ਚਲੋ ਠੀਕ ਹੈ ਜੀ, ਨੰਬਰ ਮੈਂ ਆਪਣਾ ਲਿਖਾਂਗਾ ਜੀ। ਲੇਕਿਨ ਸਰਦਾਰ ਸਾਹਿਬ ਜੀ ਮਾਸ਼ਾਅੱਲਾ ਇਹਨਾਂ ਕੋਲ ਜਦੋਂ ਵੀ ਆਏ ਆ ਬੜੇ ਪਿਆਰੇ ਬੰਦੇ ਆ ਜੀ। ਤੁਸੀਂ ਮੇਰਾ ਨੰਬਰ ਦੇ ਦਿਆ ਕਰਿਓ, ਹਾਂਜੀ ਜਿਸ ਬੰਦੇ ਨੂੰ ਜ਼ਰੂਰਤ ਹੋਵੇ ਪਹਿਲੇ ਤੁਸੀਂ ਇੰਟਰਵਿਊ ਕਰਿਓ ਹਾਂਜੀ ਕਿ ਇਹ ਬੰਦਾ ਜਿਹੜਾ ਇਹ ਕਿੰਨਾ ਕੁ ਮੈਚੁਰ ਹੈ ਜੀ। ਇਸ ਕੰਮ 'ਚ, ਜੀ ਤੇ ਉਹ ਉਸ ਹਿਸਾਬ ਨਾਲ ਤੁਸੀਂ ਅੱਗੇ ਮੇਰਾ ਰੈਫਰ ਕਰ ਦਿਆ ਕਰਿਓ। ਚਲੋ ਠੀਕ ਹੈ ਕਿਉਂਕਿ ਜੀ। ਮੈਂ ਮਾਜ਼ਰਤ ਚਾਹੁੰਦਾ ਸੁਣਨ ਵਾਲਿਆਂ ਨੂੰ। ਨਹੀਂ ਜੀ ਠੀਕ ਹੈ ਜੀ। ਉਹ ਮੈਂ ਜਰਾ ਬਿਜ਼ੀ ਹੁੰਨਾ, ਹਾਂਜੀ ਤੇ ਫਿਰ ਮੇਰੇ ਕੋਲ ਜਿਸ ਤਰ੍ਹਾਂ ਹੁਣ ਤੁਸੀਂ ਮਹਿਮਾਨ ਬੈਠੇ ਹੋ, ਹਾਂਜੀ ਤਾਂ ਤੁਹਾਡੇ ਹੁੰਦਿਆਂ 2 ਵਾਰੀ ਟੈਲੀਫੋਨ ਖੜਕਿਆ, ਮੈਂ ਉਹਦੇ ਵੱਲ ਦੇਖਿਆ ਨਹੀਂ, ਇਸੇ ਤਰ੍ਹਾਂ ਹੀ ਹੋਈ ਸੀ। ਉਹ ਫਿਰ ਬਦ ਅਖਲਾਕੀ ਹੋ ਜਾਂਦਾ। ਬਿਲਕੁਲ ਠੀਕ ਹੋ ਗਿਆ ਜੀ। ਚਲੋ ਨੰਬਰ ਇੱਧਰ ਦੇ ਦਿੰਨੇ ਜੀ ਉਹ- ਸੇਬ ਸਾਹਿਬ ਨਹੀਂ, ਤੁਹਾਡਾ। ਨਹੀਂ, ਨੰਬਰ ਉਹ ਹੀ 308 ਤੇ ਬਾਕੀ ਇਹ ਮੇਰੇ ਵਾਲਾ ਹੀ ਨੰਬਰ ਹੈ। ਹਾਂਜੀ ਮੇਰਾ ਬੇਟਾ ਸੁਹੇਬ ਹੈ। ਹਾਂਜੀ ਸੁਹੇਬ ਸਾਹਿਬ ਜੀ, ਇਹਨਾਂ ਦਾ ਨੰਬਰ ਜੀ ਮੈਂ ਲਿਖਾਂਗਾ ਆਖਰ ਤੇ ਜੀ। ਹਾਂਜੀ, ਇਹਨਾਂ ਦੇ ਨਾਲ ਰਾਬਤਾ ਕਰਕੇ ਇਹਨਾਂ ਕੋਲੋਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਜੀ। ਮਾਸ਼ਾਅੱਲਾ ਉਹ ਜੀ। ਆਪਣੇ ਅੱਬੂ ਨਾਲ ਰਾਬਤਾ ਵੀ ਕਰਾ ਦੇ। ਹਾਂਜੀ ਤੇ ਇਹ ਰਾਬਤਾ ਵੀ ਕਰਾ ਦਿਆ ਕਰਨਗੇ ਜੀ। ਜੀ ਸੁਹੇਬ ਸਾਹਿਬ ਤੇ ਅਮਜਦ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜਜ਼ਾਕ ਅੱਲਾ ਜੀ। ਅੱਲਾਹ ਤਾਲਾ ਤੁਹਾਡੇ ਕੰਮ ਜਾਨ ਮਾਲ ਹਰ ਚੀਜ਼ 'ਚ ਬਰਕਤ ਪਾਏ। ਆਮੀਨ। ਅਸਲਾਮ ਵਾਲੇਕੁਮ ਜੀ।